Hello students, today we are going to start the third type of companies. रजे last ਅਸੀਂ ਦੋ types पढ़ लिया सी, companies according to incorporation, companies according to liability. रजे companies according to incorporation ਦੇ ਵਿੱਚ company ਤਿੰਨ ਤਰ੍ਹਾਂ ਦੀ ਪੜ੍ਹੀ ਸੀ ਅਸੀਂ, chartered companies, statutory companies और registered companies. ਤੇ ਅਸੀਂ companies according to liability ਦੇ ਵਿੱਚ ਪੜ੍ਹਿਆ ਸੀ companies limited by shares, companies limited by guarantee and ਅਨਲਿਮਿਟਿਡ ਕੰਪਨੀਜ਼। ਸੋ ਅੱਜ ਅਸੀਂ ਰਜੇ ਪੜਾਂਗੇ ਕੰਪਨੀਜ਼ ਅਕੋਰਡਿੰਗ ਟੂ ਓਨਰਸ਼ਿਪ। ਇਹਦੇ ਵਿੱਚ ਵੀ ਰਜੇ ਕੰਪਨੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਹੋਲਡਿੰਗ ਕੰਪਨੀ, ਸਬਸਿਡਰੀ ਕੰਪਨੀ ਐਂਡ ਗਵਰਨਮੈਂਟ ਕੰਪਨੀ। ਸੋ ਰਜੇ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਹੋਲਡਿੰਗ ਕੰਪਨੀ। ਹਾਂਜੀ ਰਜੇ, ਹੋਲਡਿੰਗ ਕੰਪਨੀ। ਹੋਲਡਿੰਗ ਕੰਪਨੀ ਕੀ ਹੁੰਦੀ ਹੈ ਰਜੇ? ਜਿੱਥੇ ਰਜੇ ਇੱਕ ਕੰਪਨੀ ਦੂਜੀ ਕੰਪਨੀ ਦੇ ਮੈਨੇਜਮੈਂਟ ਨੂੰ ਕੰਟਰੋਲ ਕਰ ਰਹੀ ਆ, ਉਹਨੂੰ ਅਸੀਂ ਕਹਿੰਦੇ ਆ ਹੋਲਡਿੰਗ ਕੰਪਨੀ। ਫੋਰ ਐਗਜ਼ਾਮਪਲ ਰਜੇ ਆ ਏ ਕੰਪਨੀ ਹੈ, ਆ ਬੀ ਕੰਪਨੀ ਹੈ, ਠੀਕ ਹੈ ਜੀ। ਆ ਏ ਕੰਪਨੀ ਜੋ ਹੈ ਉਹ ਬੀ ਕੰਪਨੀ ਦੀ ਜੋ ਮੈਨੇਜਮੈਂਟ ਹੈ ਉਹਨੂੰ ਕੰਟਰੋਲ ਕਰ ਰਹੀ ਹੈ। ਦੈਟ ਮੀਨਸ ਏ ਕੰਪਨੀ ਕੀ ਹੋਈ? ਹੋਲਡਿੰਗ ਕੰਪਨੀ, ਠੀਕ ਹੈ। ਤੇ ਬੀ ਕੰਪਨੀ ਕੀ ਹੋਈ? ਉਹਦੀ ਸਬਸਿਡਰੀ ਕੰਪਨੀ, ਠੀਕ ਹੈ ਜੀ। ਅਸੀਂ ਇਨ ਅਦਰ ਵਰਡਸ ਕਹਿ ਸਕਦੇ ਹਾਂ ਕਿ ਇਫ ਅ ਕੰਪਨੀ ਕੈਨ ਕੰਟਰੋਲ ਦ ਪਾਲਿਸੀਜ਼ ਆਫ ਅਨਦਰ ਕੰਪਨੀ ਥਰੂ ਦ ਓਨਰਸ਼ਿਪ ਆਫ ਇਟਸ ਸ਼ੇਅਰਸ ਔਰ ਥਰੂ ਕੰਟਰੋਲ ਓਵਰ ਦ ਕੰਪੋਜੀਸ਼ਨ ਆਫ ਇਟਸ ਬੋਰਡ ਆਫ ਡਾਇਰੈਕਟਰਸ। ਇਹਦਾ ਮਤਲਬ ਰਜੇ ਇਹ ਹੈ ਕਿ ਜਦੋਂ ਇੱਕ ਕੰਪਨੀ ਕਿਸੇ ਦੂਜੀ ਕੰਪਨੀ ਦੀ ਪਾਲਿਸੀਜ਼ ਤੇ ਕੰਟਰੋਲ ਕਰ ਸਕਦੀ ਹੈ, ਕਿਹਦੇ ਥਰੂ? ਜਦੋਂ ਉਹਨੂੰ ਸ਼ੇਅਰਸ ਦੀ ਓਨਰਸ਼ਿਪ ਹੈ ਜਾਂ ਫਿਰ ਕੰਟਰੋਲ ਓਵਰ ਦ ਕੰਪੋਜੀਸ਼ਨ ਆਫ ਇਟਸ ਬੋਰਡ ਆਫ ਡਾਇਰੈਕਟਰਸ, ਮਤਲਬ ਬੋਰਡ ਆਫ ਡਾਇਰੈਕਟਰਸ ਵੱਲੋਂ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਇਹ ਜੀ ਕੰਪਨੀ ਨੂੰ ਅਸੀਂ ਕੀ ਕਹਿੰਦੇ ਆ? ਹੋਲਡਿੰਗ ਕੰਪਨੀ। ਨੈਕਸਟ ਜੇ ਆ ਜਾਂਦਾ ਸਬਸਿਡਰੀ ਕੰਪਨੀ। ਹੁਣ ਦੇਖੋ ਤੁਹਾਨੂੰ ਪਤਾ ਲੱਗ ਹੀ ਗਿਆ, ਜਿਹਦੇ ਕੰਮ ਕੰਟਰੋਲ ਹੋ ਰਹੇ ਨੇ, ਜਿਹਦੀ ਮੈਨੇਜਮੈਂਟ ਕਿਸੇ ਹੋਰ ਦੇ ਹੱਥਾਂ 'ਚ ਹੈ ਨਾ, ਜਿਹਦੀ ਮੈਨੇਜਮੈਂਟ ਕਿਸੇ ਹੋਰ ਦੇ ਹੱਥਾਂ 'ਚ ਕੰਟਰੋਲ ਹੋ ਰਹੀ ਹੈ, ਉਹ ਹੁੰਦੀ ਹੈ ਜੀ ਸਾਡੀ ਸਬਸਿਡਰੀ ਕੰਪਨੀ, ਠੀਕ ਹੈ। ਹੁਣ ਇੱਕ ਕੰਪਨੀ ਨੂੰ ਸਬਸਿਡਰੀ ਮੰਨਿਆ ਜਾਊਗਾ ਦੂਜੀ ਕੰਪਨੀ ਦੀ ਅਗਰ ਉਹ ਕੁਝ ਸਟੈਪਸ ਮਤਲਬ ਕੁਝ ਰਿਕੁਆਇਰਮੈਂਟਸ ਜੋ ਹੈ ਫੁੱਲਫਿਲ ਕਰ ਰਹੀ ਹੈ। ਉਹ ਰਿਕੁਆਇਰਮੈਂਟਸ ਕਿਹੜੀ ਰਜੇ? ਸਭ ਤੋਂ ਫਸਟ ਰਜੇ ਜਦੋਂ ਉਹ ਕੰਟਰੋਲ ਕਰ ਰਹੀ ਹੈ ਕੰਪੋਜੀਸ਼ਨ ਆਫ ਬੋਰਡ ਆਫ ਡਾਇਰੈਕਟਰਸ, ਠੀਕ ਹੈ। ਸੈਕੰਡਲੀ ਅਗਰ ਉਹ ਹਾਫ more than half of the nominal value, ਠੀਕ ਹੈ, of equity shares, ਇਕੁਇਟੀ ਸ਼ੇਅਰ ਕੈਪੀਟਲ ਦੀ ਜਿਹੜੀ ਨੋਮੀਨਲ ਵੈਲਿਊ ਹੁੰਦੀ ਹੈ ਰਜੇ, ਅਗਰ ਉਹ ਉਸ ਦਾ ਹੱਦ ਤੋਂ ਜ਼ਿਆਦਾ ਸ਼ੇਅਰਸ ਨੂੰ ਹੋਲਡ ਕਰ ਰਹੀ ਹੈ ਕੋਈ ਕੰਪਨੀ, ਤਾਂ ਉਹ ਕੀ ਹੁੰਦੀ ਆ? ਹੋਲਡਿੰਗ ਕੰਪਨੀ। ਤੇ ਜਿਹਦੇ ਸ਼ੇਅਰਸ ਹੋਲਡ ਕੀਤੇ ਜਾ ਰਹੇ ਨੇ ਹਾਫ ਤੋਂ ਜ਼ਿਆਦਾ, ਉਹ ਹੁੰਦੇ ਰਜੇ ਸਬਸਿਡਰੀ ਕੰਪਨੀ, ਠੀਕ ਹੈ। ਥਰਡਲੀ ਅਸੀਂ ਕਹਿ ਦਿੰਦੇ ਕਿ ਉਹ ਸਬਸਿਡਰੀ ਹੈ ਦੂਜੀ ਕੰਪਨੀ ਦੀ ਜਦੋਂ ਕੋਈ ਦੂਜੀ ਕੰਪਨੀ ਮਤਲਬ ਕਿਸੇ ਹੋਰ ਦੀ ਸਬਸਿਡਰੀ ਹੋਵੇ। ਰਜੇ ਨੂੰ ਅਸੀਂ ਪੁਆਇੰਟ ਨੇ ਕਿਵੇਂ ਲਿਖਾਂਗੇ? ਇਟ ਇਜ਼ ਅ ਸਬਸਿਡਰੀ ਆਫ ਅਨਦਰ ਕੰਪਨੀ which is another company subsidiary, subsidiary of another company मतलब A की है, B ਦੀ ਮੰਨ ਲਓ ਸਬਸਿਡਰੀ ਹੈ, ਜੋ ਕਿ ਕਿਹਦੀ ਸਬਸਿਡਰੀ ਹੈ? B ਦੀ, ਜੋ ਕਿ ਖੁਦ ਇੱਕ ਕੰਪਨੀ ਦੀ ਕੀ ਹੈ? ਸਬਸਿਡਰੀ ਕੰਪਨੀ ਹੈ। ਮਤਲਬ C ਦੀ ਕੌਣ ਹੈ ਸਬਸਿਡਰੀ? B, ਤੇ B ਦੀ ਸਬਸਿਡਰੀ ਕੌਣ ਹੈ? A, ਠੀਕ ਹੈ ਜੀ। ਇਹ ਰਜੇ ਸੀਗੇ ਸਬਸਿਡਰੀ ਦੀਆਂ ਰਿਕੁਆਇਰਮੈਂਟਸ। ਨੈਕਸਟ ਰਜੇ ਆ ਜਾਂਦਾ ਆਪਣਾ ਗਵਰਨਮੈਂਟ ਕੰਪਨੀ। ਹੁਣ ਦੇਖੋ ਗਵਰਨਮੈਂਟ ਕੰਪਨੀ ਕਿਹੜੀ ਹੁੰਦੀ ਰਜੇ? ਜਦੋਂ ਕੋਈ ਕੰਪਨੀ ਤੇ ਸੈਂਟਰਲ ਦਾ ਜਾਂ ਸਟੇਟ ਗਵਰਨਮੈਂਟ ਦਾ ਕੀ ਹੁੰਦਾ ਰਜੇ? ਕੰਟਰੋਲ ਹੁੰਦਾ, ਠੀਕ ਹੈ। ਇਹ ਹੁੰਦੀ ਰਜੇ ਗਵਰਨਮੈਂਟ ਕੰਪਨੀ, ਚਾਹੇ ਤਾਂ ਉਹ ਪੂਰੀ ਕੈਪੀਟਲ ਤੇ ਹੋਵੇ ਜਾਂ ਫਿਰ ਜੋ ਮੈਜੋਰਿਟੀ ਸ਼ੇਅਰਸ ਨੇ ਆਪਾਂ ਕਹਿ ਦਿੰਦੇ ਨਾ more than 50%, ਹੈ ਨਾ, ਇਹ ਚੀਜ਼, ਠੀਕ ਹੈ ਜੀ। ਉਹ ਕੰਪਨੀਜ਼ ਕਿਹਦੇ ਦੁਆਰਾ ਓਨਡ ਕੀਤੀਆਂ ਜਾਂਦੀਆਂ ਨੇ? ਗਵਰਨਮੈਂਟ ਦੁਆਰਾ, ਠੀਕ ਹੈ। ਇਨ ਸਮ ਕੇਸਿਸ ਜੋ ਪ੍ਰਾਈਵੇਟ ਇਨਵੈਸਟਮੈਂਟ ਹੈ also encouraged but at least 51% shares are held by the government। ਇਹਦਾ ਮਤਲਬ ਰਜੇ ਕੀ ਹੈ ਕਿ ਕੁਝ ਕੇਸਿਸ ਦੇ ਵਿੱਚ ਕੀ ਹੁੰਦਾ, ਜੋ ਪ੍ਰਾਈਵੇਟ ਇਨਵੈਸਟਮੈਂਟਸ ਹੁੰਦੇ ਨੇ ਉਹ ਵੀ ਇਨਕਰੇਜ ਹੁੰਦੇ ਨੇ, ਠੀਕ ਹੈ, ਲੇਕਿਨ ਉਹਦੇ ਵਿੱਚ ਗਵਰਨਮੈਂਟ ਦਾ ਜੋ ਸ਼ੇਅਰ ਆ 50% ਹੋਣਾ ਚਾਹੀਦਾ। ਮਤਲਬ ਅੱਧ ਤੋਂ ਜ਼ਿਆਦਾ ਹੋ ਗਿਆ ਨਾ, ਵੀ ਚਾਹੇ ਉਹਦਾ 51% ਹੀ ਹੈ, ਮਤਲਬ 1% ਹੀ ਉੱਪਰ ਹੈ, ਤਾਂ ਵੀ ਉਹ ਗਵਰਨਮੈਂਟ ਦੀ ਅੰਡਰ ਮੰਨੀ ਜਾਊਗੀ, ਠੀਕ ਹੈ ਜੀ। ਇਹ ਹੁੰਦੀ ਹੈ ਰਜੇ ਗਵਰਨਮੈਂਟ ਕੰਪਨੀਜ਼। ਨੈਕਸਟ ਵਜੇ ਅਸੀਂ ਪੜ੍ਹਦੇ ਹਾਂ ਅਕੋਰਡਿੰਗ ਟੂ ਨੈਸ਼ਨੈਲਿਟੀ, ਠੀਕ ਹੈ। ਇਹ ਨੈਕਸਟ ਟਾਈਪ ਹੈ ਰਜੇ ਕੰਪਨੀ ਦੀ। ਫਸਟ ਰਜੇ ਦੇ ਵਿੱਚ ਆਉਂਦਾ ਹੈ ਇੰਡੀਅਨ ਕੰਪਨੀ,
ठीक है। सैकेंड रजे है फॉरेन कंपनी। पहला ਅਸੀਂ ਪੜ੍ਹਦੇ ਆ ਇੰਡੀਅਨ ਕੰਪਨੀ। ਰਜੇ ਇੱਕ ਕੰਪਨੀ ਜਦੋਂ ਇੰਡੀਆ ਦੇ ਵਿੱਚ ਰਜਿਸਟਰਡ ਹੁੰਦੀ ਆ ਅੰਡਰ ਕੰਪਨੀਜ਼ ਐਕਟ 2013, ਠੀਕ ਹੈ ਜੀ, ਉਹਨੂੰ ਅਸੀਂ ਕਹਿੰਦੇ ਆ ਇੰਡੀਅਨ ਕੰਪਨੀ, ਠੀਕ ਹੈ। ਰਜੇ ਜਿਹੜਾ ਦਾ ਹੈੱਡ ਆਫਿਸ ਹੁੰਦਾ ਹੈ ਤੇ ਜਿਹੜੇ ਬਿਜ਼ਨਸ ਦੇ ਆਪਰੇਸ਼ਨਸ ਹੁੰਦੇ ਆ ਉਹ ਸਾਰੇ ਕੰਟਰੀ ਦੇ ਵਿੱਚ ਹੁੰਦੇ ਆ, ਠੀਕ ਹੈ। ਇਹ ਪ੍ਰਾਈਵੇਟ ਵੀ ਹੋ ਸਕਦੀ ਆ ਤੇ ਪਬਲਿਕ ਵੀ ਹੋ ਸਕਦੀ ਆ, ठीक है। सैपरेट रूल्स ने ਜਿਹੜੇ ਇਹਦੇ ਮਤਲਬ ਜੋ ਵੀ ਡੇਲੀ ਦੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਪਰਫਾਰਮ ਕਰਨ ਲਈ ਸੈਪਰੇਟ ਰੂਲਸ ਬਣਾਏ ਜਾਂਦੇ ਨੇ, ਠੀਕ ਹੈ। ਇਹ ਕੰਪਨੀ ਰਜੇ ਮੈਨੂਫੈਕਚਰਿੰਗ ਕੰਪਨੀ ਵੀ ਹੋ ਸਕਦੀ ਆ, ਇੰਸ਼ੋਰੈਂਸ ਕੰਪਨੀ ਵੀ ਹੋ ਸਕਦੀ ਹੈ ਤੇ ਬੈਂਕਿੰਗ ਕੰਪਨੀ ਵੀ ਹੋ ਸਕਦੀ ਆ, ਠੀਕ ਹੈ ਜੀ। ਇਹ ਹੁੰਦੇ ਰਹੇ ਸਾਡੀ ਇੰਡੀਅਨ ਕੰਪਨੀ। ਨੈਕਸਟ ਅਸੀਂ ਪੜ੍ਹਦੇ ਹਾਂ ਜੀ ਫੋਰਨ ਕੰਪਨੀ। ਫੋਰਨ ਕੰਪਨੀ ਰਜੇ ਕਿਹੜੀ ਹੁੰਦੀ ਆ? ਜਿਹੜੀ ਕਿ ਇੰਡੀਆ ਤੋਂ ਆਊਟਸਾਈਡ ਇਨਕੋਰਪੋਰੇਟ ਹੁੰਦੀ ਆ, ਲੇਕਿਨ ਉਹ ਇਸਟੈਬਲਿਸ਼ ਉਹਦੇ ਜਿਹੜੇ ਕੰਮ ਨੇ ਮਤਲਬ ਬਿਜ਼ਨਸ ਦੇ ਉਹ ਇੰਡੀਆ ਦੇ ਵਿੱਚ ਹੁੰਦੇ ਆ, ਠੀਕ ਹੈ। ਤੇ ਇੰਡੀਆ ਦੇ ਵਿੱਚ ਹੀ ਉਹ ਉਹਦੇ ਜੋ ਮਤਲਬ ਅੰਡਰ ਸੈਕਸ਼ਨ ਆਹੀ ਕੰਪਨੀਜ਼ ਐਕਟ 2013 ਦੇ ਅੰਡਰ ਹੀ ਹੁੰਦੀ ਹੈ, ਠੀਕ ਹੈ। ਇਹਨੂੰ ਰਜੇ 30 ਦਿਨ ਦੇ ਵਿੱਚ ਜਦੋਂ ਇਹ ਇਸਟੈਬਲਿਸ਼ ਹੋ ਜਾਂਦੀ ਆ ਉਦੋਂ 30 ਦਿਨ ਦੇ ਵਿੱਚ ਇਹਨੂੰ ਸਾਰੇ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਨੇ ਉਹ ਸਾਰੇ ਫਰਨਿਸ਼ ਕਰਨੇ ਪੈਂਦੇ ਆ, ਠੀਕ ਹੈ। ਮਤਲਬ ਰਜਿਸਟਰਾਰ ਨੂੰ ਦੇਣੇ ਪੈਂਦੇ ਆ ਐਜ਼ ਪਰ ਦਾ ਸੈਕਸ਼ਨ 380, ठीक है। ਕਿਹੜੇ ਕਿਹੜੇ ਡਾਕੂਮੈਂਟ ਹੁੰਦੇ ਰਜੇ? ਇੱਕ ਤਾਂ ਸਰਟੀਫਾਈਡ ਕਾਪੀ ਹੁੰਦੀ ਹੈ ਚਾਰਟਰ ਆਫ ਦਾ ਕੰਪਨੀ ਦੀ, ਠੀਕ ਹੈ। ਮੈਮੋਰੈਂਡਮ ਤੇ ਆਰਟੀਕਲ ਆਫ ਐਸੋਸੀਏਸ਼ਨ ਹੁੰਦਾ ਕੰਪਨੀ ਦਾ। ਰਜਿਸਟਰਡ ਆਫਿਸ ਦਾ ਐਡਰੈਸ ਹੁੰਦਾ, ਠੀਕ ਹੈ। ਡਾਇਰੈਕਟਰਸ ਤੇ ਸੈਕਟਰੀ ਦੀ ਲਿਸਟ ਹੋਗੀ ਪੂਰੀ, ਠੀਕ ਹੈ। ਫੁੱਲ ਐਡਰੈਸ ਹੁੰਦਾ ਰਜੇ, ਮਤਲਬ ਬਿਜ਼ਨਸ ਕਿੱਥੇ ਹੈ ਹਨਾ, ਉਹਦੇ ਪ੍ਰਿੰਸੀਪਲਸ ਕੀ ਨੇ ਸਾਰਾ, ਠੀਕ ਹੈ। ਮਤਲਬ ਕਿੱਥੇ ਬਿਜ਼ਨਸ ਦੀ ਪਲੇਸ ਹੈ, ਕਿੱਥੇ ਬਿਜ਼ਨਸ ਹੈਲਡ ਕੀਤਾ ਗਿਆ ਹੈ, ਠੀਕ ਹੈ। ਲਾਸਟ ਵਿੱਚ ਆ ਗਿਆ ਜੋ ਵੀ ਆਥੋਰਾਈਜ਼ਡ ਪਰਸਨ ਹੈ ਜੋ ਬਿਜ਼ਨਸ ਮਤਲਬ ਜਿਹਦੇ ਬਿਹਾਫ ਤੇ ਬਿਜ਼ਨਸ ਹੋ ਰਿਹਾ, ਜਿਹੜੀ ਕੰਪਨੀ ਦੇ ਬਿਹਾਫ ਤੇ ਇੰਡੀਆ ਦੇ ਵਿੱਚ ਉਹ ਬਿਜ਼ਨਸ ਹੋ ਰਿਹਾ ਉਹਦਾ ਨੇਮ, ਠੀਕ ਹੈ, ਤੇ ਉਹਦਾ ਰਜੇ ਜੋ ਵੀ ਹੈ ਐਡਰੈਸ, ਠੀਕ ਹੈ। ਇਹ ਰਜੇ ਅਸੀਂ ਅੱਜ ਪੜ੍ਹਿਆ ਅਕੋਰਡਿੰਗ ਟੂ ਨੈਸ਼ਨੈਲਿਟੀ ਔਰ ਅਕੋਰਡਿੰਗ ਟੂ ਓਨਰਸ਼ਿਪ। ਨੈਕਸਟ ਰਜੇ ਅਸੀਂ ਨੈਕਸਟ ਲੈਕਚਰ 'ਚ ਪੜਾਂਗੇ, ਠੀਕ ਹੈ, ਅਕੋਰਡਿੰਗ ਟੂ ਪਬਲਿਕ ਇੰਟਰਸਟ, ਠੀਕ ਹੈ ਜੀ। ਥੈਂਕ ਯੂ।